हाँ जी, बहुत ही सत्कारयोग ईटीटी टैट पास अध्यापक साथियों, सारिਆਂ ਨੂੰ सत श्री अकाल। साथियों, ये अपना ईटीटी वाला जोड़ा पेज है दीपक कंबोज, इन्हों प्लीज़ शेयर कर दो ਤਾਂ जो सारिਆਂ तक ਆਪਾਂ लाइव होके अपने विचार ਜਿਹੜੇ ਉਹ ਸਾਂਝੇ कर सकीए। थैंक यू, गुड इवनिंग जी। हाँ जी, सत श्री अकाल जी। सारे साथियों को बेनती है कि लिंक जोड़ा है अपना लाइव होने वाला शेयर जरूर करो। साथियों, ये दसो भी आवाज़ तुहाडे तक सही पहुँच रही है? कंग्रेचुलेशन जी, थैंक यू, सेम टू यू सारे साथियों। सो बहुत ही सत्कारयोग बेरोजगार ईटीटी टैट पास अध्यापक साथियों, अज काफ़ी दिनों बाद लाइव होके तुहाडे नाल अपने विचार जिहड़े आ वो साझे करन जा रहे हैं। सो तुहानू पता ही है कि तुसी सारे साथी बड़े लंबे समय तो आस लगा के बैठे हो कि सरकारां सानू रोजगार जिहड़ा मुहैया करवाउणगियां। तुसी सारे साथी खूब लड़े, आपदे हक्कां दे लई बहुत संघर्ष किया। सो जिंदे विच तुसी बहुत सारिया प्राप्तियां कीतियां, चाहे वो 2364 पोस्ट है, 6635 है, 5994 है। भर्तियां हजे तक चाहे कंप्लीट नहीं हुईयां, पर समय समय दौरान जिवें आपां संघर्ष किते, संघर्षां दे विच बहुत सारे बदलाव जिहड़े आ वो आपां करवाए, अपने उपर बहुत सारिया कंडीशनां लागू कीतियां सरकार ने, तो आपां उन्हां नूं कंडीशनां नूं हटाया। परंतु जिस अकॉर्डिंग 2364 भर्ती आपां नूं मिली, उहदे उपर स्टे होया, जिहड़ा हजे तक भी साथियों अपनी भर्ती जिहड़ी आ कोर्ट दे विच लटक रही है, भर्ती स्टक डाउन की है। परंतु आपां उस नूं बहाल कराउण दे लई पूरी कोशिश जिहड़ी वो आपां कर रहे हैं। तो उस तो अगले अपनी 6635 भर्ती, जिस दे लई तुसी सारिਆਂ ने पूरा एफर्ट करिया, पूरा संघर्ष करिया कि पटियाले दी सड़कां जिहड़ियां हिला के रखियां। टावर ते साडा सुरिंदरपाल साथी जिहड़ा 135 दिन जिहने संघर्ष किया। साथियों ने ग्राउंड लेवल ते साडियां भैणां वीरां ने संघर्ष किया, ते सुरिंदरपाल साथी ने टावर ते बैठ के संघर्ष किया, तो जी 6635 भर्ती आपां नूं मिली। तो साथियों, बहुत सारी आस लैके सारे साथी आपां संघर्ष करिया कि सानू भर्तियां जिहड़ियां साडियां कंप्लीट होणगियां। 6-7 महीने हो चलिया है, साडी भर्ती कोर्ट दे विच जिहड़ी 6635 लटक रही सीगी। वार वार कोर्ट दे विच जाना, हेयरिंग ते जाना, परंतु मायूस होके
ਘਰ ਵਾਪਸ ਆਉਣਾ। ਕਈ ਵਾਰ ਲਾਈਵ ਹੋ ਕੇ ਵੀ ਮਨ ਨਹੀਂ ਕਰਦਾ ਸੀ ਕਿ ਤੁਹਾਡੇ ਤੱਕ ਕੁਝ ਦੱਸਿਆ ਜਾਵੇ, ਕਿਉਂਕਿ ਮਿਲਿਆ ਕੀ ਹਜੇ ਤੱਕ ਜਦੋਂ ਹੀਅਰਿੰਗ ਤੋਂ ਆਪਾਂ ਨੂੰ ਅਗਲੀ ਡੇਟ ਮਿਲ ਜਾਣਾ, ਸਾਡੇ ਵਿੱਚ ਵੀ ਨਿਰਾਸ਼ਾ ਹੁੰਦੀ ਸੀ, ਤਾਂ ਤੁਹਾਡੇ ਵਿੱਚ ਵੀ ਸਾਰੇ ਕੇਡਰ ਦੀ ਕੋਈ ਪੂਰੀ ਪੈਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਪਰ ਸਾਥੀਓ, ਸੰਘਰਸ਼ ਨੂੰ ਲੜੀਵਾਰ ਪਰੋ ਕੇ ਇੱਕ ਧਾਗੇ ਦੇ ਵਿੱਚ ਮੋਤੀਆਂ ਵਾਂਗ ਰੱਖਿਆ, ਦਿਨ ਰਾਤ ਮਿਹਨਤ ਸਦਕਾ, ਤੁਹਾਡੇ ਸਾਰਿਆਂ ਦੀ ਮਿਹਨਤ ਸੀ। ਵੱਡੇ ਵੱਡੇ ਆਪਣੇ ਕਾਬਲ ਵਕੀਲ ਆਪਣੇ, ਕਿਉਂਕਿ ਸਾਥੀਆਂ ਨੇ ਪਹਿਲਾਂ ਮੈਦਾਨੀ ਜੰਗ ਲੜੀ, ਸਰਕਾਰ ਕੋਲੋਂ ਪੋਸਟਾਂ ਲਿੱਤੀਆਂ, ਫਿਰ ਕੋਰਟ ਦੇ ਵਿੱਚ ਜਿਹੜੀਆਂ ਭਰਤੀਆਂ ਲਟਕੀਆਂ ਉਸ ਨੂੰ ਬਚਾਉਣ ਦੇ ਲਈ ਫੰਡ ਦੀ ਜਿਹੜੀ ਹੈ ਉਹ ਮਦਦ ਕੀਤੀ। ਤਾਂ ਅੱਜ ਦੇਖੋ ਸਾਥੀਓ, ਤੁਹਾਡਾ ਦਿੱਤਾ ਹੋਇਆ ਫੰਡ, ਤੁਹਾਡਾ ਸਬਰ, ਤੁਹਾਡਾ ਹੌਸਲਾ ਜਿਹੜਾ ਅੱਜ ਜਿਹੜਾ 6635 ਦੇ ਵਿੱਚ ਇੱਕ ਸੱਚਾਈ ਦੀ ਜਿਹੜੀ ਜਿੱਤ ਹੋਈ ਹੈ, ਉਹ ਤੁਹਾਡੇ ਸਾਰਿਆਂ ਦੀ ਤਨ ਮਨ ਅਤੇ ਧਨ ਦੇ ਨਾਲ ਦੀ ਕੀਤੀ ਹੋਈ ਮਿਹਨਤ ਦੇ ਸਦਕਾ ਅੱਜ ਜਿਹੜਾ ਸਟੇ ਟੁੱਟਿਆ, ਆਖਿਰਕਾਰ ਸੱਚਾਈ ਦੀ ETT ਦੀ ਜਿਹੜੀ ਹੈ ਉਹ ਜਿੱਤ ਹੋਈ, ਉਹ ਤੁਹਾਡੇ ਸਾਰਿਆਂ ਦੀ ਬਦੌਲਤ ਦੇ ਨਾਲ ਹੀ ਹੋਈ। ਇਹ ਬਿਲਕੁਲ ਸੱਚਾਈ ਹੈ ਕਿ ETT ਸਿਰਫ ETT ਦੇ ਲਈ ਉਹਨਾਂ ਨੇ ਸੰਘਰਸ਼ ਕਰਿਆ, ਅੱਜ ਜਿਹੜੀ ਹੈ ਸਟੇ ਬ੍ਰੇਕ ਕਰਵਾਉਣ ਦੇ ਲਈ ਪੂਰੀ ਜਿਹੜੀ ਹੈ ਪੂਰਾ ਜ਼ੋਰ ਜਿਹੜਾ ਉਹ ਲਗਾਇਆ ਤੇ ਉਸ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਤਾਂ ਸਾਥੀਓ, ਤੁਹਾਨੂੰ ਦੱਸ ਦਈਏ ਕਿ ਜਦੋਂ ਕੋਰਟ ਦੇ ਵਿੱਚ ਜਾਣਾ, ਪਹਿਲਾਂ ਵਕੀਲਾਂ ਨੂੰ ਮਿਲਣਾ, ਜੇਕਰ ਵਕੀਲਾਂ ਨੂੰ ਮਿਲਣਾ ਤਾਂ ਵਕੀਲਾਂ ਨਾਲ ਗੱਲਬਾਤ ਕਰਨੀ, ਉਸ ਲਈ ਡਾਕੂਮੈਂਟ ਚਾਹੀਦੇ ਆ। ਬਾਹਰਲੀਆਂ ਸਟੇਟਾਂ ਵਾਲੇ ਕੈਂਡੀਡੇਟ ਜਿਹੜੇ ਸਾਡੇ ETT ਵਾਲੇ ਆ, ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਕੋਲੋਂ ਡਾਕੂਮੈਂਟ ਜਿਹੜੇ ਮੰਗਵਾਉਣੇ, ਚਾਹੇ ਉਹ ਰਾਜਸਥਾਨ ਵਾਲੇ ਸੀਗੇ, ਚਾਹੇ ਉਹ ਹਿਮਾਚਲ ਵਾਲੇ ਸੀਗੇ, ਚਾਹੇ ਹੋਰ ਸਟੇਟਾਂ ਤੋਂ, ਜੋ ਬਾਹਰਲੀਆਂ ਹਾਈ ਕੋਰਟ ਦੇ ਵਿੱਚ ਜੋ ਗੱਲਾਂ, ਜੋ ਉੱਥੋਂ ਦੇ ਐਡਵੋਕੇਟ ਡਿਫੈਂਡ ਕਰ ਰਹੇ ਸੀਗੇ, ਉਹਨਾਂ ਦੇ ਜੱਜਮੈਂਟਾਂ ਮੰਗਵਾਉਣੀਆਂ। ਸੋ ਜਿੰਦੇ ਵਿੱਚ ਸਾਥੀਓ ਮੈਂ ਦੱਸ ਦਿਆਂ ਕਿ ਆਪਣੀ ਸਟੇਟ ਕਮੇਟੀ ਮੈਂਬਰ ਸਾਰੇ ਸਾਥੀਆਂ ਨੇ ਪੂਰਾ ਜ਼ੋਰ ਜਿਹੜਾ ਉਹ ਲਗਾਇਆ। ਜਿੱਥੇ ਜਿੱਥੇ ਜਿਸ ਦੀ ਡਿਊਟੀ ਲਗਾਈ ਗਈ, ਉਹਨਾਂ ਨੇ ਬਹੁਤ ਵਧੀਆ ਆਪਦੀ ਡਿਊਟੀ ਜਿਹੜੀ ਹੈ ਉਹ ਨਿਭਾਈ। ਤੇ ਸਾਥੀਓ, ਜਿੰਦੇ ਵਿੱਚ ਸਾਡੇ ਸਾਥੀ ਜਰਨੈਲ ਸਿੰਘ ਨਾਗਰਾ, ਜਿਨ੍ਹਾਂ ਨੂੰ ਲੀਗਲ ਐਡਵਾਈਜ਼ਰ ਜਿਹੜਾ ਆਪਾਂ ਲਗਾਇਆ ਹੋਇਆ ਸੀਗਾ, ਤਾਂ ਉਹਨਾਂ ਦੇ ਨਾਲ ਸਾਡੇ ਸਾਰੇ ਸਾਥੀ ਟੀਮ, ਕਿਉਂਕਿ ਬਿਨਾਂ ਕਾਗਜ਼ਾਂ ਤੋਂ, ਬਿਨਾਂ ਡਾਕੂਮੈਂਟ ਤੋਂ ਕੇਸ ਵੀ ਜਿਹੜੇ ਹੈ ਉਹ ਨਹੀਂ ਜਿੱਤੇ ਜਾਂਦੇ। ਸੋ ਆਪਣੇ ਕਾਬਲ ਵਕੀਲ ਹਰਅਵਤਾਰ ਸੈਣੀ, ਰਾਜੀਵ ਆਤਮਾਰਾਮ, ਅਮਿਤ ਚਾਂਜੀ, ਹੋਰ ਵੀ ਆਪਣੇ ਜਿਹੜੇ ਐਡਵੋਕੇਟ ਸੀ, ਬਹੁਤ ਹੀ ਕਾਬਲ ਵਕੀਲ ਜਿਹੜੇ ਹੈਗੇ ਸੀ ਆਪਣੇ, ਉਹਨਾਂ ਨੇ ਐਡਵੋਕੇਟ ਜਿਹੜੇ ਸੀਗੇ, ਉਹਨਾਂ ਨੇ ਬਹੁਤ ਵਧੀਆ ਐਫਰਟ ਕਰਿਆ। ਜਿੱਥੇ ਕਿ ਆਪਣੇ ਲੀਗਲ ਐਡਵਾਈਜ਼ਰ ਜਰਨੈਲ ਸਿੰਘ ਨੇ ਵੀ ਪੂਰੀ ਜਿਹੜੀ ਹੈ ਆਪਦੇ ਤਨੋਂ ਮਨ ਨਾਲ ਮਿਹਨਤ ਕੀਤੀ, ਜਿਨ੍ਹਾਂ ਨੇ ਪੂਰੇ ਡਾਕੂਮੈਂਟ ਇਕੱਠੇ ਕਰਕੇ, ਬਾਕੀ ਹੋਰ ਆਪਣੀ ਟੀਮ ਜਿਹੜੀ ਹੈ ਸਾਰੀ ਨੇ, ਤੁਹਾਨੂੰ ਪਤਾ ਹੈ ਕਿ ਸਟੇਟ ਕਮੇਟੀ ਹਰੇਕ ਮੈਂਬਰ ਨੇ ਪੂਰਾ ਜ਼ੋਰ ਜਿਹੜਾ ਉਹ ਲਗਾਇਆ। ਕਿਸੇ ਨੇ ਮਿਹਨਤ ਕਿਸੇ ਤਰੀਕੇ ਨਾਲ ਕੀਤੀ, ਕਿਸੇ ਨੇ ਡਿਪਾਰਟਮੈਂਟ ਤੱਕ ਗੱਲਬਾਤ ਰੱਖਣ ਦੇ ਲਈ ਕੀਤੀ, ਕਿਸੇ ਨੇ ਵਕੀਲ ਤੱਕ, ਕਿਸੇ ਨੇ ਡਾਕੂਮੈਂਟ ਬਾਹਰੋਂ ਮੰਗਵਾਉਣ ਦੀ ਕੋਈ ਮਿਹਨਤ ਕੀਤੀ।
ਸਾਰਾ ਕੁਝ ਸਾਰੇ ਸਾਥੀਆਂ ਦੀ ਮਿਹਨਤ ਦੇ ਸਦਕਾ ਅੱਜ ਜਿਹੜਾ ਆਪਾਂ 6635 ਜਿਹੜੀ ਹੈ ਉਹ ਭਰਤੀ ਦਾ ਸਟੇ ਲੱਗੇ ਹੋਏ ਨੂੰ ਜਿਹੜਾ ਆਪਾਂ ਬ੍ਰੇਕ ਕਰਵਾਇਆ। ਸਾਥੀਓ, ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਕਿ ਜਿਹੜਾ ਸਟੇ ਬ੍ਰੇਕ ਹੋਇਆ ਹੈ ਉਸ ਦੇ ਵਿੱਚ ਸਭ ਤੋਂ ਵਧਾਈ ਦੇ ਪਾਤਰ ਆਪਾਂ ਤਾਂ ਬਣਦੇ ਹਾਂ ਕਿਉਂਕਿ ਆਪਣੀ 2364 ਭਰਤੀ ਕੋਡ ਦੇ ਵਿੱਚ ਅਸੀਂ ਜਿਹੜੀ ਉਹ ਬਹਾਲ ਕਰਾਉਣੀ ਹੈ, ਉਸ ਦੇ ਲਈ ਰਸਤਾ ਸਾਫ਼ ਹੈ। ਨਵੀਂ ਭਰਤੀ ਜਿਹੜੀ ਆਪਾਂ ਪੋਰਟਲ ਖੁਲਵਾਉਣਾ ਹੈ ਉਸ ਦੇ ਲਈ ਆਪਣਾ ਰਸਤਾ ਜਿਹੜਾ ਹੈ ਉਹ ਸਾਫ਼ ਹੋਇਆ। ਅੱਜ ਅਸੀਂ ਕਹਿਣਯੋਗ ਹਾਂ, ਅੱਜ ਅਸੀਂ ਡਿਪਾਰਟਮੈਂਟ ਨੂੰ, ਅੱਜ ਅਸੀਂ ਸਰਕਾਰ ਨੂੰ ਕਹਿਣਯੋਗ ਹਾਂ ਕਿ ਹੁਣ ਹਾਈ ਕੋਰਟ ਨੇ ਜੋ SLP ਦੇ ਅਧੀਨ ਜੋ ਸੁਪਰੀਮ ਕੋਰਟ ਦੇ ਵਿੱਚ ਉਸ ਦੇ ਸੁਪਰੀਮ ਕੋਰਟ ਦੇ ਅਧੀਨ ਸਾਡਾ ਸਟੇ ਜਿਹੜਾ ਬ੍ਰੇਕ ਕਰਤਾ ਹੈ। ਹੁਣ ਸਾਡਾ ਰਸਤਾ ਬਿਲਕੁਲ ਸਾਫ਼ ਹੈ। ਸਾਡਾ ਪੋਰਟਲ ਜਿਹੜਾ 5994 ਦਾ ਜਿਹੜਾ ਉਹ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਸੋ ਸਾਥੀਓ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਪੂਰੀ ਸਟੇਟ ਕਮੇਟੀ ਜੇਕਰ ਤੁਹਾਡੇ ਦੇ ਨਾਲ ਖੜੀ ਹੈ, ਪੂਰੀ ਸਟੇਟ ਕਮੇਟੀ ਖੜੂਗੀ। ਬਹੁਤ ਸਾਰੇ ਵਿਚਾਰਾਂ ਦੀ ਜਿਹੜੀ ਹੈ ਮਤਭੇਦ ਹੋ ਸਕਦੀ ਹੈ, ਪਰ ETT ਦਾ ETT ਚਾਹੇ ਕੋਈ ਹੈ, ਚਾਹੇ ਮੈਂ ਆ, ਚਾਹੇ ਕੋਈ ਦੂਜਾ ਹੈ, ਪਰ ਆਪਦੇ ਪਰਿਵਾਰ ਦੇ ਵਿੱਚ ਆਪਦੇ ਹੀ ਭਰਾਵਾਂ ਬਾਰੇ, ਆਪਦੀਆਂ ਭੈਣਾਂ, ਆਪਣੇ ਰਿਸ਼ਤੇਦਾਰ ਜਿਹੜੇ ETT ਉਹ ਸਮਝੋ ਆਪਣਾ ਇੱਕ ਪਰਿਵਾਰ ਹੈ, ਉਸ ਬਾਰੇ ਹੀ ਜਿਹੜਾ ਉਹ ਸੋਚੂਗਾ। ਵਿਚਾਰਾਂ ਦੀ ਤੇਰ ਮੇਰ ਹੋ ਸਕਦੀ ਹੈ, ਪਰ ਨਿਸ਼ਾਨਾ ਇੱਕ ਹੈ। ਜੋ ਵਿਚਾਰਾਂ ਦੀ ਤੇਰ ਮੇਰ ਹੋਈ ਹੈ, ਚਾਹੇ ਕੋਈ ਗੱਲਬਾਤ ਹੇਠਾਂ 19-1 ਹੋਈ ਹੈ, ਉਹ ਵੀ ਜਿਹੜੀ ਹੈ ਅਸੀਂ ਪੂਰੀ ਕੋਸ਼ਿਸ਼ ਕਰਕੇ ਏਕਾ ਜਿਸ ਤਰੀਕੇ ਨਾਲ ਪਹਿਲਾਂ ਦਿਖਾਇਆ, ਸਾਰੇ ਇਕੱਠੇ ਰਲ ਕੇ ਚੱਲੇ, ਉਸੇ ਤਰੀਕੇ ਨਾਲ ਹੀ ਜਿਹੜਾ ਉਹ ਚੱਲਾਂਗੇ। ਭਰਤੀਆਂ ਨੂੰ ਕੰਪਲੀਟ ਕਰਵਾਵਾਂਗੇ। 5994 ਦੇ ਵਿੱਚ ਸਭ ਤੋਂ ਅਹਿਮ ਗੱਲ ਹੈ ਕਿ ਸਾਡੇ ਬਹੁਤ ਸਾਰੇ ਸਾਥੀ ਜਿਹੜੇ +2 ਵਾਲੇ ਗਏ, ਗ੍ਰੈਜੂਏਸ਼ਨ ਜਿਨ੍ਹਾਂ ਦੀ ਕੰਪਲੀਟ ਨਹੀਂ ਹੋਈ, ਕਿਉਂਕਿ ਗ੍ਰੈਜੂਏਸ਼ਨ ਅਗਰ ਡਾਈਟਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਬੇਸ ਤੇ ETT ਕਰਵਾਈ ਜਾਂਦੀ ਤਾਂ ਅਸੀਂ ਮੰਨਦੇ ਕਿ ਸਾਡੀ ਭਰਤੀ ਜਿਹੜੀ ਹੈ ਉਹ ਗ੍ਰੈਜੂਏਸ਼ਨ ਤੇ ਆ ਸਕਦੀ ਸੀ। ਪਰ 5994 ਅਸੀਂ +2 ਬੇਸ ਤੇ ਸਰਕਾਰ ਕੋਲੋਂ ਜਿਹੜਾ ਉਹਦਾ ਨੋਟੀਫਿਕੇਸ਼ਨ ਜਿਹੜਾ ਉਹ ਲੈਣਾ ਹੈ, ਉਸ ਦਾ ਪੋਰਟਲ ਖੁਲਵਾਉਣਾ ਹੈ। ਇਹਨਾਂ ਪੋਸਟਾਂ ਦੇ ਵਿੱਚ ਹੀ 5994 ਦੇ ਵਿੱਚ ਜੋ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ, ਜੋ ਸਾਡੇ CM ਭਗਵੰਤ ਮਾਨ ਨੇ ਵਾਅਦਾ ਕੀਤਾ ਸੀਗਾ ਕਿ ਆਉਣ ਵਾਲੀਆਂ ਭਰਤੀਆਂ ਦੇ ਵਿੱਚ ਓਵਰਏਜ ਦਾ ਮਸਲਾ ਜਿਹੜਾ ਉਹ ਹੱਲ ਕੀਤਾ ਜਾਊਗਾ, ਉਹ ਅਸੀਂ ਹਰ ਹਾਲਤ ਵਿੱਚ ਜਿਹੜਾ ਹੈ ਉਹ ਕਰਵਾਉਣਾ ਹੈ। ਤਾਂ ਸਾਥੀਓ, ਤੁਹਾਨੂੰ ਦੱਸ ਦਈਏ ਕਿ ਜਿਹੜੇ ਆਪਾਂ ਗੱਲ ਕਰਦੇ ਹਾਂ ਆਫਰ ਲੈਟਰ ਲੈਣ ਦੀ, ਵੀ ਜਲਦੀ ਆਫਰ ਲੈਟਰ ਮਿਲਣ, ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜਿੰਨੀ ਦੇਰ ਤੱਕ ਆਪਾਂ ਸਰਕਾਰ ਤੱਕ ਆਪਦੀ ਪਹੁੰਚ ਨਾ ਕੀਤੀ, ਉਨੀ ਦੇਰ ਤੱਕ ਜਿਹੜੀ ਹੈ ਆਫਰ ਲੈਟਰ ਆਪਾਂ ਨੂੰ ਜਲਦੀ ਨਹੀਂ ਮਿਲਣੇ। ਕਿਉਂਕਿ ਘਰਾਂ ਦੇ ਵਿੱਚੋਂ ਦੁਬਾਰਾ ਫਿਰ ਨਿਕਲਣਾ ਪੈ ਸਕਦਾ ਹੈ। ਰੈਡੀ ਹੋ ਜਾਓ, ਆਫਰ ਲੈਟਰ ਲੈਣੇ ਹੈ। 5994 ਦਾ ਨੋਟੀਫਿਕੇਸ਼ਨ ਜਿਹੜਾ ਹੈ, ਪੋਰਟਲ ਜਿਹੜਾ ਹੈ ਅਸੀਂ ਆਨਲਾਈਨ ਕਰਵਾਉਣਾ ਹੈ। ਓਵਰਏਜ ਦਾ ਮਸਲਾ ਹੱਲ ਕਰਵਾਉਣਾ ਹੈ। ਇਹ ਅਸੀਂ ਹਰਗਜ਼ ਹੀ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਬਣਾਈ ਹੋਈ ਸਾਡੇ ਹੱਥੀ ਜਿਹੜੀ ਸਰਕਾਰ ਹੈ ਉਹਨਾਂ ਕੋਲੋਂ ਅਸੀਂ ਹੱਲ ਕਰਵਾ ਕੇ ਰਹਿਣਾ ਹੈ। ਸੋ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਐਫਰਟ ਕਰਿਆ, ਚਾਹੇ ਉਹ ਪੈਸੇ ਦੇ ਪੱਖੋਂ, ਫਿਜ਼ੀਕਲ ਪੱਖੋਂ, ਤੁਸੀਂ ਸਾਰਿਆਂ ਨੇ
ਇੰਨੀ ਮਿਹਨਤ ਕਰੀ। ਮੇਰੇ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਇੱਕ ਸੱਚਾਈ ਤੇ ਲੜੇ, ਸੱਚਾਈ ਦੀ ਅੱਜ ਜਿਹੜੀ ਹੈ ਉਹ ਜਿੱਤ ਹੋਈ। ਸਾਥੀਓ, ਸਭ ਤੋਂ ਪਹਿਲਾਂ ਆਪਾਂ ਡਿਪਾਰਟਮੈਂਟ ਨਾਲ ਗੱਲ ਕਰਾਂਗੇ ਕਿ ਉਹ ਸਾਡਾ 5994 ਦਾ ਪੋਰਟਲ ਕਦੋਂ ਤੱਕ ਖੋਲ੍ਹ ਰਹੇ ਆ, ਆਫਰ ਲੈਟਰ ਕਦੋਂ ਤੱਕ ਸਾਨੂੰ ਦੇ ਰਹੇ ਆ, ਔਰ ਇਹਦਾ ਮਸਲਾ ਕਿੱਥੋਂ ਤੱਕ ਸਾਡਾ ਜਿਹੜਾ ਉਹ ਪਹੁੰਚਿਆ, ਨੋਟੀਫਿਕੇਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੂਲ ਜਿਹੜੇ ਆ ਅਮੈਂਡਮੈਂਟ ਹੋਏ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਉੱਪਰ ਫਿਰ ਕੋਈ ਸ਼ਰਾਰਤੀ ਜਿਹੜੇ ਤੁਹਾਨੂੰ ਪਤਾ ਹੈ ਕਿ ਸਾਡੀਆਂ ਭਰਤੀਆਂ ਨੂੰ ਉਹ ਸ਼ਰਾਰਤੀ ਬੀਐਡ ਵਾਲੇ ਜਿਹੜੇ ਪਹਿਲਾਂ ਵੀ ਸਟੇ ਲੈ ਕੇ ਸਾਡੀਆਂ ਭਰਤੀਆਂ ਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਤੇ ਉਹ ਨਾ ਦੁਬਾਰਾ ਫਿਰ ਸਾਡੀਆਂ ਭਰਤੀਆਂ ਤੇ ਆ ਕੇ ਜਿਹੜੇ ਉਹ ਹਾਵੀ ਹੋਣ। ਸੋ ਇਸ ਲਈ ਪੂਰੇ ਚਕੰਨੇ, ਪੂਰੇ ਧਿਆਨ ਦੇ ਨਾਲ ਅਗਲੀ ਭਰਤੀ ਜਿਹੜੀ ਹੈ ਉਹ ਆਪਾਂ ਲੈਣੀ ਆ। ਤਾਂ ਮੈਂ ਇੱਕ ਗੱਲ ਇੱਥੇ ਦੱਸ ਦਿਆਂ ਕਿ ਸਾਡੀ ਸਟੇਟ ਕਮੇਟੀ, ਮੇਰੀ ਬੇਨਤੀ ਹੈ ਕਿ ਸਾਰੇ ਸਾਥੀ ਜੇਕਰ ਕਿਸੇ ਕੋਲੋਂ ਵੱਧ ਘੱਟ ਬੋਲਿਆ ਗਿਆ ਹੋਵੇ, ਚਾਹੇ ਮੇਰੇ ਕੋਲੋਂ ਚਾਹੇ ਕਿਸੇ ਹੋਰ ਸਾਥੀ ਕੋਲੋਂ, ਪਰ ਸਾਥੀਓ ਆਪਣਾ ਨਿਸ਼ਾਨਾ ਇੱਕ ਹੈ। ਮੈਂ ਇਹ ਕਹਿਣਾ ਵੀ ਇਕੱਠੇ ਹੋ ਕੇ ਚੱਲੋ। ਭਰਤੀ ਅੱਜ ਸਟੇ ਬ੍ਰੇਕ ਹੋਇਆ ਹੈ, ਨਵੀਂ ਭਰਤੀ ਵੀ ਆਪਾਂ ਜਿਹੜੀ ਹੈ ਉਹ ਲੈਣੀ ਆ। 2364 ਭਰਤੀ ਨੂੰ ਹੀ ਕੰਪਲੀਟ ਕਰਾਉਣਾ ਹੈ, ਕਿਉਂਕਿ ਜਦੋਂ 2364 ਭਰਤੀ ਜਿਹੜੀ ਹੈ ਉਹ ਕੰਪਲੀਟ ਹੁੰਦੀ ਹੈ ਤਾਂ ਆਪਣੇ ਬਹੁਤ ਸਾਰੇ ਈਟੀਟੀ ਕੇਡਰ ਜਿਹੜਾ ਹੈ ਉਹਦੇ ਵਿੱਚ ਲੱਗਦਾ ਹੈ। ਆਪਣੀ ਐਸੀ ਬੈਕਲੌਗ ਵੀ ਜਿਹੜਾ ਹੈ ਬਹੁਤ ਮਿਹਨਤ ਕਰਕੇ ਤੁਸੀਂ ਕੋਰਟ ਦੇ ਕੋਲੋਂ ਬੈਕਲੌਗ ਜਿਹੜਾ ਕਢਵਾਇਆ ਸਾਥੀਆਂ ਨੇ, ਬਹੁਤ ਪੈਸਾ ਖਰਚ ਹੋਇਆ ਹੈ ਉਹਦੇ 'ਤੇ ਵੀ, ਆਪਣੇ ਉਹਦੇ 'ਚ ਵੀ ਆਪਣੇ ਐਸੀ ਬੈਕਲੌਗ ਦੇ ਵਿੱਚ ਜਿਹੜਾ ਆਪਣੇ ਸਾਰੇ ਸਾਥੀ ਜਿਹੜਾ ਉਹਦੇ ਵਿੱਚ ਲੱਗਣਗੇ। ਤਾਂ ਇਸ ਲਈ ਮੇਰੀ ਬੇਨਤੀ ਹੈ ਵੀ ਸਾਰੀ ਸਟੇਟ ਕਮੇਟੀ ਇਕੱਠੀ ਹੋ ਕੇ ਚੱਲੇ, ਹਾਂ ਦੇ ਵਿੱਚ ਹਾਂ ਦਾ ਨਾਅਰਾ ਜਿਹੜਾ ਉਹ ਮਾਰੇ, ਤਾਂ ਆਪਾਂ ਬਹੁਤ ਜਲਦੀ ਜਿਹੜੀ ਹੈ ਉਹ ਜਿੱਤ ਪ੍ਰਾਪਤ ਕਰਾਂਗੇ। ਤਾਂ ਸਾਥੀਓ, ਮੈਂ ਗੱਲ ਕਰ ਰਿਹਾ ਸੀਗਾ ਕਿ ਆਪਣੀ ਸਟੇਟ ਕਮੇਟੀ ਮੈਂਬਰ ਆਪੋ ਆਪ ਦੀ ਥਾਂ ਤੇ ਜਿਨ੍ਹਾਂ ਦੀ ਡਿਊਟੀਆਂ ਲਾਈਆਂ ਹੋਈਆਂ ਸੀਗੀਆਂ, ਕਾਨੂੰਨੀ ਤੌਰ ਤੇ ਜਰਨੈਲ ਨਾਗਰਾ ਭੱਜ ਦੌੜ ਦੇ ਵਾਸਤੇ, ਜਿਵੇਂ ਜਦੋਂ ਕਹੀਏ ਗੱਡੀ ਚੱਕ ਕੇ ਨਿਕਲ ਤੁਰਨਾ, ਨਿਰਮਲ ਜੀਰਾ ਸਾਡੇ ਸਾਥੀ, ਰਵਿੰਦਰ ਬਲਾਕ ਪ੍ਰਧਾਨ, ਅਨੁਜ ਸ਼ੋਕ ਜੀ, ਤੇ ਸਾਡੇ ਸਾਥੀ ਦੇਖੋ ਸਾਰਿਆਂ ਦੇ ਤਕਰੀਬਨ 23 ਸਾਡੇ ਸਾਥੀ ਹੈਗੇ ਆ, ਜਿਨ੍ਹਾਂ ਦੇ ਵਿੱਚ ਸਾਡੇ ਨਾਲ ਹੋਰ ਵੀ ਸਾਥੀ ਜਿਹੜੇ ਆ ਪੂਰੇ ਜਿਹੜੇ ਐਫਰਟ ਕਰਦੇ ਸੀਗੇ, ਚਾਹੇ ਉਹ ਕਾਨੂੰਨੀ ਪੱਖ ਤੋਂ ਕਿਤੇ ਨਾ ਕਿਤੇ ਕੋਈ ਕਮੀ ਹੁੰਦੀ ਸੀਗੀ, ਗੱਲਬਾਤ ਕਰਕੇ ਅਸੀਂ ਸਾਰਿਆਂ ਨੇ, ਸਾਡੀ ਸਟੇਟ ਕਮੇਟੀ ਪੂਰੀ ਟੀਮ, ਇਹ ਨਹੀਂ ਕਿ ਜਿਨ੍ਹਾਂ ਦੇ ਨਾਮ ਲੈ ਤੇ ਜਿਨ੍ਹਾਂ ਸਾਥੀਆਂ ਦੇ ਰਹਿ ਗਏ, ਪੂਰੀ ਟੀਮ ਨੇ, ਕਿਸੇ ਨੇ ਘੱਟ ਕਰਤਾ ਕਿਸੇ ਨੇ ਵੱਧ ਕਰਤਾ, ਪਰ ਇਹਦੇ ਵਿੱਚ ਯੋਗਦਾਨ ਸਾਰੇ ਸਾਥੀਆਂ ਦਾ ਹੈ। ਤਾਂ ਸਾਥੀਓ, ਆਪਣੇ ਅਮਨ ਰਾਣਾ, ਪਰਮਪਾਲ ਨਕੇਰੀਆਂ, ਟੈਂਕੀ ਤੇ 84 ਦਿਨ ਰਹਿ 5994 ਪੋਸਟ ਦਾ ਜਿਹੜਾ ਨੋਟੀਫਿਕੇਸ਼ਨ ਆਇਆ, ਉਸ ਦਾ ਪੋਰਟਲ ਜਿਹੜਾ ਹੈ ਉਹ ਆਪਾਂ ਹੁਣ ਆਨਲਾਈਨ ਕਰਵਾਉਣਾ ਹੈ, ਉਹ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਕਰਵਾਉਣਾ ਹੈ। ਤਾਂ ਸਾਥੀਓ, ਇਹ ਨਾ ਕਹਿਓ ਕਿ ਮੇਰਾ ਨਾਮ ਨਹੀਂ ਲਿੱਤਾ ਗਿਆ ਲਾਈਵ ਹੋ ਕੇ ਉਸ ਦੇ ਵਿੱਚ, ਪਰ ਇਹ ਗੱਲ ਜ਼ਰੂਰ ਹੈ ਕਿ ਜਿੰਨੇ ਮਿਹਨਤ ਕੀਤੀ ਹੈ ਜੇ ਉਹ ਸਭ ਨੂੰ ਪਤਾ ਹੈ, ਹਰੇਕ ਨੇ ਉੱਥੇ ਆਪਦੇ ਵੱਲੋਂ ਜਿੰਨਾ ਵੀ, ਜਦੋਂ ਤੋਂ ਲੈ ਕੇ ਕੇਸ ਨੂੰ ਆਪਾਂ ਡਿਫੈਂਡ ਕਰ ਰਹੇ ਹਾਂ, ਸੁਰਿੰਦਰਪਾਲ ਦੇ ਨਾਮ ਤੇ ਆਪਣਾ ਕੇਸ ਲੱਗਿਆ ਹੋਇਆ ਸੀਗਾ, ਰਾਜੀਵ ਆਤਮਾਰਾਮ ਦੇ ਕੋਲ ਸੁਰਿੰਦਰਪਾਲ ਜਾਂਦੇ ਰਹੇ, ਸੰਦੀਪ ਸਾਮਾ ਵੀ ਗਿਆ, ਹਰੇਕ ਸਾਥੀ ਜਿਹੜਾ ਹੈ ਉੱਥੇ ਆਪਣੇ ਕੋਲੋਂ ਨਾਲ ਜਿਹੜੀ ਹੈ ਉੱਥੇ ਮਿਹਨਤ ਕਰਦੇ ਰਹੇ, ਚਾਹੇ ਧੁੱਪ ਛਾਂ ਸਾਰਿਆਂ ਨੇ ਸਾਡੇ ਨਾਲ ਇਕੱਠੇ ਹੀ ਜਿਹੜੇ ਹੈ ਉੱਥੇ ਗੁਜ਼ਾਰੇ। ਤਾਂ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕਿਸੇ ਨੇ, ਚਲੋ ਟਾਈਮ ਦੇ ਮੁਤਾਬਕ ਕਿਸੇ ਕੋਲ ਟਾਈਮ ਜ਼ਿਆਦਾ ਸੀਗਾ, ਚਲੋ ਉਹਨਾਂ ਨੇ ਆਪਦਾ ਐਫਰਟ ਕਰਿਆ, ਉਹ ਜਾ ਕੇ ਹਰੇਕ ਐਡਵੋਕੇਟ ਨੂੰ ਜਿਹੜਾ ਹੈ ਪਹਿਲਾਂ ਦੀ ਤਰ੍ਹਾਂ ਜਿਵੇਂ ਉਹ 1-2 ਦਿਨ ਪਹਿਲਾਂ ਮਿਲਣਾ ਅਤੇ ਉਹਨਾਂ ਨੂੰ ਪੂਰਾ ਜਿਹੜਾ ਹੈ ਮੋਟੀਵੇਟ ਕਰਕੇ ਤਾਂ ਕੋਰਟ ਦੇ ਵਿੱਚ ਲੈ ਕੇ ਜਾਣਾ।
ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਸਟੇ ਬ੍ਰੇਕ ਹੋਣ ਤੇ 6635 ਦੇ ਬਹੁਤ ਬਹੁਤ ਮੁਬਾਰਕਾਂ ਹੈ। ਸਾਥੀਓ, ਡੀਮੋਟੀਵੇਟ ਨਹੀਂ ਹੋਣਾ, ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਕਾਫੀ ਲੰਮਾ ਸਮਾਂ ਜਿਹੜਾ ਆਪਾਂ ਨੂੰ ਸਟੇ ਬ੍ਰੇਕ ਕਰਾਉਣ ਤੇ ਜਿਹੜਾ ਉਹ ਲੱਗਿਆ। ਬਹੁਤ ਸਾਰੇ ਸਾਥੀ ਨਿਰਾਸ਼ ਹੋ ਗਏ, ਬਹੁਤ ਸਾਰੇ ਸਾਥੀ, ਚਲੋ ਮੈਸੇਜ ਵੀ ਆਉਂਦੇ ਸੀਗੇ, ਸਾਰਾ ਕੁਝ ਹੁੰਦਾ ਸੀਗਾ, ਪਰ ਮੈਂ ਉਹਨਾਂ ਚੀਜ਼ਾਂ ਤੋਂ ਸਾਥੀਓ ਮੈਂ ਤੁਹਾਡੇ ਅੱਗੇ ਅਪੀਲ ਕਰਦਾ, ਕਿਉਂਕਿ ਇੱਕ ਦੂਸਰੇ ਦੇ ਉੱਪਰ ਜਦੋਂ ਕੋਈ ਮੈਸੇਜ ਲਿਖਿਆ ਜਾਂਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਜਿਹੜਾ ਹੈ ਉਹ ਟਾਰਗੇਟ ਕੀਤਾ ਜਾ ਰਿਹਾ ਹੈ। ਤਾਂ ਸਾਥੀਓ, ਇਹ ਗੱਲ ਨਹੀਂ ਕਿ ਆਪਾਂ ਮੈਸੇਜ ਲਿਖ ਕੇ ਇੱਕ ਦੂਸਰੇ ਨੂੰ ਟਾਰਗੇਟ ਕਰੀਏ ਤਾਂ ਉਸ ਦੇ ਮਨ ਦੇ ਵਿੱਚ ਜਿਹੜੀ ਉਹ ਨਿਰਾਸ਼ਾ ਜਾਵੇ। ਇਹਨਾਂ ਚੀਜ਼ਾਂ ਤੋਂ ਹੁਣ ਬਾਹਰ ਨਿਕਲ ਕੇ ਆਪਾਂ ਨੂੰ ਭਰਤੀਆਂ ਜਿਹੜੀਆਂ ਨੇ ਉਹ ਕੰਪਲੀਟ ਕਰਾਉਣੀਆਂ ਪੈਣਗੀਆਂ। ਤਾਂ ਮੈਂ ਇੱਥੇ ਦੱਸ ਦਿਆਂ ਕਿ ਸਾਡੇ ਪ੍ਰਿਥਵੀ ਅਬੋਹਰ ਜੀ ਵਰਮਾ ਜੀ, ਉਹਨਾਂ ਨੇ ਜਥੇਬੰਦੀ ਦੇ ਵਿੱਚ ਇੱਕ ਅਲੱਗ ਜਿਹੜਾ ਹੈ ਆਪਦਾ ਜਿਹੜਾ ਉਹਨਾਂ ਨੇ, ਕਿਉਂਕਿ ਜਿੱਥੇ ਵੀ ਕੋਈ ਕਿਸੇ ਨੂੰ ਨਿਰਾਸ਼ਾ ਮਿਲਦੀ ਸੀ ਉੱਥੇ ਹੀ ਉਸਨੇ ਉਹਨਾਂ ਨੂੰ ਮੋਟੀਵੇਟ ਕਰਨਾ, ਚਾਹੇ ਉਹ ਗਰੁੱਪਾਂ ਦੇ ਵਿੱਚ, ਚਾਹੇ ਉਹਨੇ ਸਟੇਟ ਕਮੇਟੀ ਨੂੰ ਵੀ ਪ੍ਰੈਸ਼ਰ ਬਣਾਉਣਾ ਕਿ ਤੁਹਾਡੇ ਘਰ ਦੇ ਮੂਹਰੇ ਆਣ ਕੇ ਅਸੀਂ ਬੈਠ ਜਾਵਾਂਗੇ ਜੇਕਰ ਤੁਸੀਂ ਵਰਕ ਨਾ ਕਰਿਆ। ਇਹ ਗੱਲ ਸੱਚਾਈ ਹੈ। ਤਾਂ ਉਹ ਇੱਕ ਬਹੁਤ ਵਧੀਆ ਇਨਸਾਨ ਨੇ, ਉਹਨਾਂ ਨੇ ਵੀ ਬਹੁਤ ਸਾਰੀ ਮਿਹਨਤ ਕੀਤੀ, ਅਲੱਗ-ਅਲੱਗ ਜ਼ਿਲ੍ਹੇ ਨੇ, ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ। ਜਿੰਨੇ ਵੀ ਸਾਥੀ ਸਾਡਾ ਪੰਜਾਬ ਤੋਂ ਜਿੰਨਾ ਵੀ ਸਾਥੀ ਜੁੜਿਆ ਹੋਇਆ ਹੈ, ਕਿਉਂਕਿ ਇੱਕ ਵਰਕਰ ਨੇ, ETT ਦੇ ਇੱਕ ਕੈਂਡੀਡੇਟ ਨੇ ਜਿਹੜਾ ਹੈ ਉਹ ਆਪਦੇ ਹੋਂਦ ਨੂੰ ਬਚਾਉਣ ਦੇ ਲਈ, ਰੁਜ਼ਗਾਰ ਲੈਣ ਦੇ ਲਈ ਉਹਨਾਂ ਨੇ ਦਿਲੋਂ ਜਿਹੜਾ ਉਹਨਾਂ ਨੇ ਆਪਦਾ ਸੰਘਰਸ਼ ਲੜਿਆ, ਜਿੱਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਸੋ ਸਾਥੀਓ, ਰੈਡੀ ਰਹੋ। 2-3 ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਜਾਊਗਾ। ਜੇਕਰ ਡਿਪਾਰਟਮੈਂਟ ਆਪਣੀ ਸਰਕਾਰ ਆਪਣੀ ਗੱਲ ਸੁਣਦੀ ਹੈ ਤਾਂ ਠੀਕ ਹੈ, ਨਹੀਂ ਤਾਂ ਬਹੁਤ ਜਲਦ ਆਪਾਂ ਨੂੰ ਜਿਹੜਾ ਉਹ ਪ੍ਰੋਟੈਸਟ ਜਿਹੜਾ ਉਹ ਲੀਕਣਾ ਪੈ ਸਕਦਾ ਹੈ। ਤਾਂ ਤੁਹਾਡੇ ਤੱਕ ਮੈਸੇਜ ਜਿਹੜਾ ਉਹ ਪਹੁੰਚੂਗਾ। ਸਾਰੇ ਸਾਥੀਆਂ ਨੇ ਇੱਕ ਬੜੀ ਵੱਡੀ ਗਿਣਤੀ ਦੇ ਵਿੱਚ ਹੱਲਾ ਮਾਰਨਾ ਹੈ, ਕਿਉਂਕਿ 3 ਭਰਤੀਆਂ ਜਿਹੜੀਆਂ ਹੈਗੀਆਂ ਆਪਣੀਆਂ, 3 ਭਰਤੀਆਂ ਨੂੰ ਆਪਾਂ ਜਿਹੜਾ ਉਹ ਕੰਪਲੀਟ ਕਰਾਉਣਾ ਹੈ। ਚੌਥਾ ਆਪਣਾ ਕੰਮ ਜਿਹੜਾ ਹੈ ਓਵਰਏਜ ਵਾਲਿਆਂ ਦਾ ਮਸਲਾ ਜਿਹੜਾ ਉਹ ਹੱਲ ਕਰਾਉਣਾ ਹੈ ਹਰੇਕ ਹਾਲਤ ਵਿੱਚ, ਕਿਉਂਕਿ 5 ਸਾਲ ਤੱਕ ਕਾਂਗਰਸ ਨੇ ਰੁਜ਼ਗਾਰ ਨਹੀਂ ਦਿੱਤਾ। ਤਾਂ ਹੁਣ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ, ਅਸੀਂ ਉਹਨਾਂ ਕੋਲ ਜਿਹੜਾ ਉਹ ਵਾਅਦਾ ਪੂਰਾ ਕਰਾਉਣਾ ਹੈ। ਸੋ ਸਾਰੇ ਸਾਥੀਆਂ ਦਾ ਧੰਨਵਾਦ, ਸਾਰਿਆਂ ਨੂੰ ਮੁਬਾਰਕ। ਪੋਜ਼ਿਟਿਵ ਰਹੋ। ਜ਼ਿੰਦਗੀ ਸੰਘਰਸ਼ ਹੈ, ਸੰਘਰਸ਼ ਕਰਦਿਆਂ ਰਹਿਣਾ ਚਾਹੀਦਾ ਹੈ, ਘਬਰਾ ਕੇ ਪਿੱਛੇ ਨਹੀਂ ਹਟਣਾ ਚਾਹੀਦਾ ਕਿ ਕੀ ਬਣੂਗਾ। ਪਰ ਜੇਕਰ ਆਪਾਂ ਸੰਘਰਸ਼ ਲੜਦੇ ਰਹੇ, ਇਸੇ ਤਰ੍ਹਾਂ ਮੈਦਾਨ ਦੇ ਵਿੱਚ ਕੁੱਦਦੇ ਰਹੇ, ਤਾਂ ਆਪਾਂ ਜਿਹੜੀ ਹੈ ਆਪਣੀ ਜਿੱਤ ਸਾਰੀ ਯਕੀਨੀ ਹੋਵੇਗੀ। ਸਾਰੀਆਂ ਭਰਤੀਆਂ ਕੰਪਲੀਟ ਹੋਣਗੀਆਂ, ਹਰੇਕ ਸਾਡੇ ਸਾਥੀ ਨੂੰ ਜਿਹੜਾ ਉਹ ਰੁਜ਼ਗਾਰ ਮਿਲੂਗਾ। ਸੋ ਸਾਰੇ ਸਾਥੀਆਂ ਦਾ ਧੰਨਵਾਦ। ਸਾਥੀਓ, ਸਾਥੀਆਂ ਦੇ ਫੋਨ ਆ ਰਹੇ ਸੀਗੇ 2364 ਨੂੰ ਪੂਰੀ ਕਰਾਓ। ਦੇਖੋ ਸਾਥੀਓ, ਆਪਣਾ ਐਡਵੋਕੇਟ ਕਰੇ ਹੋਏ ਹੈ, ETT ਵੱਲੋਂ ਰਿਵਿਊ ਲਗਾਈ ਹੋਈ ਹੈ। ਪਿਛਲੀ ਵਾਰ ਵੀ ਗਏ ਸੀਗੇ, ਪਰੰਤੂ ਸੁਣਵਾਈ ਜਿਹੜੀ ਹੈ ਉਹ ਨਹੀਂ ਹੋਈ ਸੀਗੀ। 26 ਤਰੀਕ ਦੀ ਆਪਣੀ ਹੀਅਰਿੰਗ ਹੈ, 26 ਮਈ ਦੀ। ਸੋ 25 ਤਰੀਕ ਨੂੰ ਜਾਵਾਂਗੇ, ਐਡਵੋਕੇਟ ਸਾਹਿਬ ਨਾਲ ਸਾਰੀ ਗੱਲਬਾਤ ਫਿਰ ਸਾਂਝੀ ਕਰਾਂਗੇ। ਤਾਂ ਉਮੀਦ ਕਰਦੇ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ 2364 ਭਰਤੀ ਵੀ ਆਪਣੀ ਜਿਹੜੀ ਹੈ ਉਹ ਬਹਾਲ ਜ਼ਰੂਰ ਹੋਵੇਗੀ। ਪੂਰੀ ਕੋਸ਼ਿਸ਼ ਹੈ।
ਦੇਖੋ ਜੀ ਡਿਪਾਰਟਮੈਂਟ ਪ੍ਰੋਸੈਸ ਕਦੋਂ ਸਟਾਰਟ ਕਰੇਗਾ। ਦੇਖੋ ਜੀ ਡਿਪਾਰਟਮੈਂਟ ਨਾਲ ਅੱਜ ਜਿਹੜਾ ਸਟੇ ਬ੍ਰੇਕ ਹੋਇਆ ਹੈ, ਇਸ ਤੋਂ ਬਾਅਦ ਅਗਲੀ ਕਾਰਵਾਈ ਆਪਾਂ ਬਹੁਤ ਜਲਦੀ ਜਿਹੜੀ ਉਹ ਪਾਵਾਂਗੇ। ਮੀਟਿੰਗਾਂ ਜਿਹੜੀਆਂ ਉਹ ਕਰਾਂਗੇ, ਚਾਹੇ ਉਹ DGSC ਸਾਹਿਬ ਨੇ, ਚਾਹੇ ਉਹ ਡਾਇਰੈਕਟਰ ਆਫ ਬੋਰਡ, ਉਹਨਾਂ ਦੇ ਨਾਲ ਸਾਰਿਆਂ ਨਾਲ ਆਪਾਂ ਮੀਟਿੰਗਾਂ ਕਰਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੰਨੀ ਜਲਦੀ ਤੱਕ ਤੁਸੀਂ ਸਾਡੇ ਜਿਹੜੇ ਹੈ ਪ੍ਰੋਸੈਸ ਨੂੰ ਸ਼ੁਰੂ ਕਰੋਗੇ, ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਦੱਸਿਆ ਜਾਵੇਗਾ। ਜਦੋਂ ਪ੍ਰੋਸੈਸ ਸ਼ੁਰੂ ਹੋਊਗਾ, ਜਿੰਨੇ ਕੈਂਡੀਡੇਟਾਂ ਦੀ ਉਹਨਾਂ ਨੂੰ ਜ਼ਰੂਰਤ ਹੋਊਗੀ, B.Ed ਆਊਟ ਹੈ, ਹੋਂਦ ਨੂੰ ਬਚਾ ਲਿਆ ਹੈ ਤੁਸੀਂ ਸਾਥੀਓ। B.Ed ਜਿਹੜੀ ਹੈ ਉਹ ਆਊਟ ਹੋਊਗੀ 6635 ਦੇ ਵਿੱਚ, ਤੇ ਸੈਕੰਡ ਸ਼ੁਰੂ ਹੋਊਗਾ। ਜਿੰਨੇ ਹੋਰ ਕੈਂਡੀਡੇਟ ਜਿਹੜੇ ਹੈ ਉਹਨਾਂ ਨੂੰ ਚਾਹੀਦੇ ਹੋਣਗੇ, ਮੈਰਿਟ ਦੀ ਜਿਹੜੀ ਹੈ ਉਹ ਲੋ ਜ਼ਰੂਰ ਜਾਊਗੀ, ਉਨੀਆਂ ਹੋਰ ਲਿਸਟਾਂ ਜਿਹੜੀਆਂ ਨੇ ਉਹ ਪਾਈਆਂ ਜਾਣਗੀਆਂ। ਨੈਟਵਰਕ ਦੀ ਬਹੁਤ ਸਾਥੀਓ ਪ੍ਰੋਬਲਮ ਹੈ ਇੱਥੇ, ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਸਾਥੀ ਏਕਾ ਬਣਾ ਕੇ ਰੱਖੋ, ਪੋਜ਼ਿਟਿਵ ਸੋਚੋ। ਹਮੇਸ਼ਾ ਜਦੋਂ ਆਪਾਂ ਪੋਜ਼ਿਟਿਵ ਸੋਚਦੇ ਤਾਂ ਉਸ ਦਾ ਰਿਜ਼ਲਟ ਵੀ ਜਿਹੜਾ ਹੈ ਉਹ ਪੋਜ਼ਿਟਿਵ ਹੀ ਨਿਕਲਦਾ। ਤਾਂ ETT ਯੂਨੀਅਨ, ETT ਸਟੇਟ ਕਮੇਟੀ ਤੁਹਾਡੇ ਨਾਲ ਖੜੀ ਹੈ। ਭਰਤੀਆਂ ਨੂੰ ਆਪਾਂ ਕੰਪਲੀਟ ਕਰਵਾਵਾਂਗੇ ਬਹੁਤ ਜਲਦ। ਤਾਂ ਬਿਲਕੁਲ ਜੀ, ਨਵਦੀਪ ਕੌਰ ਜੀ 900+2 ਬੇਸ ਆਏਗੀ, ਪਲੀਜ਼ ਅਪਲਾਈ ਵੀਰ ਜੀ। ਬਿਲਕੁਲ ਜੀ, ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਸੀਗਾ ਕਿ ਡਾਈਟਾਂ ਦੇ ਵਿੱਚ ਹਜੇ ਵੀ +2 ਬੇਸ ਤੇ ETT ਕਰਵਾਈ ਜਾ ਰਹੀ ਹੈ। ਤਾਂ ਸਰਕਾਰ ਦਾ ਮਤਲਬ ਇਹੀ ਨਹੀਂ ਬਣਦਾ, ਡਿਪਾਰਟਮੈਂਟ ਦਾ ਮਤਲਬ ਇਹੀ ਨਹੀਂ ਬਣਦਾ ਕਿ ਸਾਡੀਆਂ ਭਰਤੀਆਂ ਜਿਹੜੀਆਂ ਨੇ ਉਹ ਗ੍ਰੈਜੂਏਸ਼ਨ ਬੇਸ ਤੇ ਦੇਣ। ਇਸ ਲਈ ਅਸੀਂ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕਰਾਂਗੇ। ਭਰਤੀਆਂ ਜਿਹੜੀਆਂ ਨੇ ਉਹ ਅਸੀਂ +2 ਬੇਸ ਤੇ ਹੀ ਲਵਾਂਗੇ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਸਾਥੀਓ ਏਕਾ ਬਣਾ ਕੇ ਰੱਖੋ, ਜਿੱਤ ਜਿਹੜੀ ਹੈ ਉਹ ਆਪਣੀ ਯਕੀਨੀ ਹੈ। ਬਹੁਤ ਜਲਦੀ ਆਫਰ ਲੈਟਰ ਵੀ ਮਿਲਣਗੇ, 2364 ਦਾ ਵੀ ਹੱਲ ਹੋਊਗਾ, 5994 ਦਾ ਜਿਹੜਾ ਬਹੁਤ ਜਲਦੀ ਆਪਾਂ ਪੋਰਟਲ ਜਿਹੜਾ ਹੈ ਉਹ ਖੁਲਵਾਵਾਂਗੇ, ਕਿਉਂਕਿ ਹੁਣ ਰਸਤਾ ਜਿਹੜਾ ਆਪਣੀਆਂ ਭਰਤੀਆਂ ਦਾ ਬਿਲਕੁਲ ਸਾਫ਼ ਹੋ ਚੁੱਕਿਆ ਹੈ। ਚਾਹੇ ਉਹ ਸੁਪਰੀਮ ਕੋਰਟ ਦੇ ਅਧੀਨ ਜਿਹੜਾ ਹੈ ਉਹ ਫੈਸਲਾ ਹੋਊਗਾ ਐਂਡ ਦੇ ਵਿੱਚ, ਪਰੰਤੂ ਜਿਸ ਦੀ ਸੱਚਾਈ ਹੈ, ਜਿਸ ਦਾ ਹੱਕ ਹੈ ਭਰਤੀ ਤੇ, ਉਹੀ ਜਿਹੜਾ ਹੈ ਉਸ ਨੂੰ ਮਿਲੂਗਾ। ਸੋ ਸਾਰੇ ਸਾਥੀਆਂ ਦਾ ਧੰਨਵਾਦ, ਸਾਥ ਦਿੰਦੇ ਰਹੋ, ਜਿੱਤਾਂਗੇ ਜ਼ਰੂਰ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।